ਵੈਲਕਮ ਟੂ ਸੀਬੀਸੀ ਸਿੱਖਿਆ ਆਨਲਾਈਨ ਪਲੇਟਫਾਰਮ। ਮੈਂ ਤੁਹਾਡਾ ਆਪਣਾ ਰਵੀ ਸਰ। ਅੱਜ ਅਸੀਂ ਸਟਾਰਟ ਕਰਾਂਗੇ ਕਰੰਟ ਅਫੇਅਰ 13 ਜਨਵਰੀ ਤੇ ਜੀ। 13 ਜਨਵਰੀ ਦੇ ਉੱਪਰ ਆਪਣਾ ਲੋਹੜੀ ਦਾ ਤਿਉਹਾਰ ਹੈ। ਹੈਪੀ ਲੋਹੜੀ ਟੂ ਆਲ ਮੇਰੇ ਜਿੰਨੇ ਵੀ ਸਟੂਡੈਂਟਸ ਨੇ, ਫਰੈਂਡਸ ਨੇ, ਤੇ ਸੀਬੀਸੀ ਵੱਲੋਂ ਸਾਰਿਆਂ ਨੂੰ ਲੋਹੜੀ ਦੀ ਹਾਰਦਿਕ ਸ਼ੁਭਕਾਮਨਾਵਾਂ। ਠੀਕ ਹੈ ਜੀ, ਤੁਹਾਡੇ ਸੁਪਨੇ 2022 ਦੇ ਵਿੱਚ ਜੋਬ ਲੈ ਕੇ ਪੂਰੇ ਹੋਣ ਤੇ ਇਹਦੇ ਵਾਸਤੇ ਤੁਸੀਂ ਨਿਰੰਤਰ ਮਿਹਨਤ ਕਰਦੇ ਰਹੋ। ਕੋਈ ਗੱਲ ਨਹੀਂ, ਸਰਕਾਰਾਂ ਦੇ ਤੇ ਇੰਨਾ ਧਿਆਨ ਦੇਣ ਦੀ ਲੋੜ ਨਹੀਂ। ਠੀਕ ਹੈ ਜੀ, ਆਪਾਂ ਆਪਣਾ ਕੰਮ ਕਰਨਾ ਹੈ। ਠੀਕ ਹੈ, ਉਸ ਤੋਂ ਬਾਅਦ ਦੇਖੋ ਫਸਟ ਆਪਣਾ ਜਿਹੜਾ ਪਹਿਲਾ ਕੁਐਸਚਨ ਹੈ ਇਹ ਅੱਜ ਦੇ ਦਿਨ ਦਾ ਉਹ ਵੇਖੋ। ਸਭ ਤੋਂ ਪਹਿਲਾ ਕੁਐਸਚਨ ਕਹਿੰਦੇ ਜੀ ਨੈਸ਼ਨਲ ਯੂਥ ਡੇ ਜਿਹੜਾ ਹੈ ਇਹ ਕਦੋਂ ਮਨਾਇਆ ਜਾਂਦਾ ਹੈ। ਇਹ ਤਾਂ ਇੱਕ ਤਾਂ ਤੁਸੀਂ ਇਹ ਯਾਦ ਰੱਖਣਾ 12 ਜਨਵਰੀ ਨੂੰ ਕਿਹਨਾਂ ਦੇ ਨਾਮ ਦੇ ਉੱਪਰ, ਸਵਾਮੀ ਵਿਵੇਕਾਨੰਦ ਜੀ ਦੇ ਨਾਮ ਦੇ ਉੱਪਰ ਮਨਾਇਆ ਜਾਂਦਾ ਹੈ। ਠੀਕ ਹੈ ਜੀ, ਇੱਕ ਤਾਂ ਤੁਸੀਂ ਇਹ ਯਾਦ ਰੱਖਣਾ। ਇਹ ਸਵਾਮੀ ਵਿਵੇਕਾਨੰਦ ਜੀ ਦੇ ਬਚਪਨ ਦਾ ਨਾਮ ਸੀ ਨਰਿੰਦਰ ਦੱਤ। ਠੀਕ ਹੈ ਜੀ, ਨਰਿੰਦਰ ਦੱਤ ਇਹਨਾਂ ਦਾ, ਜਿਵੇਂ ਆਪਣੇ PSSS ਬੋਰਡ ਦੇ ਵਿੱਚ ਕੁਐਸਚਨ ਆਇਆ ਸੀਗਾ ਕਿ ਊਧਮ ਸਿੰਘ ਦਾ ਨਾਮ ਜੀ ਕੀ ਸੀਗਾ। ਊਧਮ ਸਿੰਘ ਸੁਨਾਮ ਤੋਂ ਸੀਗੇ। ਠੀਕ ਹੈ ਜੀ, ਇਹਨਾਂ ਦਾ ਜੱਦੀ ਪਿੰਡ ਜਿਹੜਾ। ਉਸ ਤੋਂ ਬਾਅਦ ਇਹਨਾਂ ਦਾ ਨਾਮ ਸੀਗਾ ਜੀ ਸ਼ੇਰ ਸਿੰਘ। ਠੀਕ ਹੈ ਜੀ, ਇਸ ਤਰ੍ਹਾਂ ਹੀ ਬਚਪਨ ਤੋਂ ਰਿਲੇਟਡ ਕੁਐਸਚਨ ਆ ਸਕਦਾ ਪੇਪਰ ਦੇ ਵਿੱਚ। ਇਹਨਾਂ ਨੇ ਸਪੀਚ ਦਿੱਤੀ ਸੀ ਕਿੱਥੇ? ਇਹਨਾਂ ਨੇ ਸਪੀਚ ਦਿੱਤੀ ਸੀ ਸ਼ਿਕਾਗੋ ਦੇ ਵਿੱਚ। ਠੀਕ ਹੈ ਜੀ, ਸ਼ਿਕਾਗੋ ਦੇ ਵਿੱਚ ਇਹਨਾਂ ਨੇ ਸਪੀਚ ਦਿੱਤੀ ਸੀ। ਠੀਕ ਹੈ ਜੀ, ਇਹ ਤੁਸੀਂ ਯਾਦ ਰੱਖਣਾ ਹੈ। ਉਸ ਤੋਂ ਬਾਅਦ ਜੀ ਇਹਨਾਂ ਦੇ ਨਾਮ ਦੇ ਉੱਪਰ ਇੱਕ ਯੂਨੀਵਰਸਿਟੀ ਬਣਾਈ ਗਈ ਹੈ ਸਵਾਮੀ ਵਿਵੇਕਾਨੰਦ ਜੀ ਦੇ ਨਾਮ ਦੇ ਉੱਪਰ। ਇਹ ਹੈਗੀ ਹੈ ਯੋਗਾ ਯੂਨੀਵਰਸਿਟੀ ਬਣਾਈ ਗਈ ਹੈ ਲਾਸ ਐਂਜਲਸ ਦੇ ਵਿੱਚ, ਜਿੱਥੇ 2028 ਦੇ ਵਿੱਚ ਕੀ ਹੋਣਾ ਜੀ, ਸਮਰ ਓਲੰਪਿਕ ਹੋਣੇ ਆ। ਠੀਕ ਹੈ ਜੀ, ਇਹ ਤੁਸੀਂ ਵੀ ਯਾਦ ਰੱਖਣਾ ਹੈ। ਉਸ ਤੋਂ ਬਾਅਦ ਤੁਸੀਂ ਇਹ ਵੀ ਯਾਦ ਰੱਖ ਲਓ ਇਹਦੇ ਵਿੱਚ ਕਿ ਇਹਦਾ ਥੀਮ ਕੀ ਹੋਵੇਗਾ। ਇਸ ਸਾਲ 2022 ਦੇ ਵਿੱਚ ਥੀਮ ਕੀ ਹੋਵੇਗਾ। ਇਹਦਾ ਜਿਹੜਾ ਥੀਮ ਹੈ ਉਹ ਹੈਗਾ ਇਟਸ ਆਲ ਇਨ ਮਾਈਂਡਸ। ਠੀਕ ਹੈ, ਇਹ ਹੈਗਾ ਇਹਦਾ ਜਿਹੜਾ ਥੀਮ, ਇਹ ਤੁਸੀਂ ਯਾਦ ਰੱਖਣਾ, ਪੇਪਰ ਦੇ ਵਿੱਚ ਆ ਸਕਦਾ ਹੈ। ਇਹ ਸੰਮੇਲਨ ਹੋ ਕਿੱਥੇ ਰਿਹਾ? ਇਹ ਸੰਮੇਲਨ ਹੋ ਰਿਹਾ ਜੀ ਪੁਡੂਚੇਰੀ ਦੇ ਵਿੱਚ। ਇਹ ਸੰਮੇਲਨ ਦਾ ਜਿਹੜਾ ਫੈਸਟੀਵਲ ਹੈ ਇਹਨੂੰ ਆਪਾਂ ਕਹਿੰਦੇ ਨੈਸ਼ਨਲ ਯੂਥ ਫੈਸਟੀਵਲ। ਠੀਕ ਹੈ, ਇਹ ਪੁਡੂਚੇਰੀ ਦੇ ਵਿੱਚ ਹੋ ਰਿਹਾ। ਠੀਕ ਹੈ, ਉੱਥੇ ਰੰਗਾ ਜਿਹੜੇ ਸਵਾਮੀ ਨੇ ਉਹਨਾਂ ਦੀ ਸਰਕਾਰ ਹੈ। ਠੀਕ ਹੈ, ਨੈਸ਼ਨਲ ਕਾਂਗਰਸ ਉਹਨਾਂ ਨੂੰ ਆਪਾਂ ਕਹਿ ਦਿੰਦੇ ਹਾਂ, ਉਹਨਾਂ ਦੀ ਪਾਰਟੀ ਦੇ ਨਾਮ ਉਹਨਾਂ ਦੇ ਉੱਪਰ ਹੀ ਪਿਆ। ਠੀਕ ਹੈ ਜੀ, ਇਹ ਤੁਸੀਂ ਤਮਿਲਸਾਈ ਸੌਂਦਰਿਆ ਰਾਜਨ ਜਿਹੜੇ ਇਹਨਾਂ ਦੇ ਕੀ ਨੇ, ਉਹ ਗਵਰਨਰ ਨੇ। ਠੀਕ ਹੈ ਜੀ, ਨਰਿੰਦਰ ਮੋਦੀ ਜੀ ਨੇ ਇਸ ਨੂੰ ਵੀਡੀਓ ਕਾਨਫਰੰਸ ਦੇ ਰਾਹੀਂ ਇਹਨੂੰ ਕੀ ਕੀਤਾ, ਆਰਗੇਨਾਈਜ਼ ਕੀਤਾ। ਠੀਕ ਹੈ ਜੀ, ਤੇ ਇਹ ਤੁਸੀਂ ਯਾਦ ਰੱਖਣਾ ਇਹਦੇ ਬਾਰੇ। ਇਹਨਾਂ ਨੇ ਇੱਕ ਮਿਸ਼ਨ ਚਲਾਇਆ ਸੀ ਸਵਾਮੀ ਵਿਵੇਕਾਨੰਦ ਦੇ ਗੁਰੂ ਦਾ ਨਾਮ ਸੀਗਾ ਜੀ, ਜਿਹੜਾ ਇਹਨਾਂ ਦਾ ਨਾਮ ਸੀਗਾ ਰਾਮਕ੍ਰਿਸ਼ਨ ਪਰਮਹੰਸ। ਤੇ ਇਹਨਾਂ ਨੇ ਰਾਮਕ੍ਰਿਸ਼ਨਾ ਜਿਹੜਾ ਮਿਸ਼ਨ ਹੈ, ਜਿਹੜਾ ਮਿਸ਼ਨ ਹੈ ਉਹ ਚਲਾਇਆ ਸੀਗਾ। ਇਹ ਤੁਸੀਂ ਯਾਦ ਰੱਖਣਾ ਕੋਲਕਾਤਾ ਤੋਂ। ਠੀਕ ਹੈ ਜੀ, ਇਹ ਤੁਸੀਂ ਯਾਦ ਰੱਖਣਾ। ਇਹਨਾਂ ਦਾ ਜਿਹੜਾ ਬੈਲੂਰ ਮੱਠ ਵੀ ਕਹਿ ਦਿੰਦੇ ਆ, ਬੈਲੂਰ ਮੱਠ ਜਿਹੜਾ ਇਹਨਾਂ ਦੇ ਜਿੱਥੇ ਸਥਾਪਨਾ ਕੀਤੀ ਸੀ ਉਹ ਬੈਲੂਰ ਮੱਠ ਸੀਗਾ। ਠੀਕ ਹੈ, ਉਸ ਤੋਂ ਬਾਅਦ ਇਸ ਤੋਂ ਆਪਾਂ ਨੈਕਸਟ ਕੁਐਸਚਨ ਦੇ ਉੱਪਰ ਆਉਣੇ ਆ। ਨੈਕਸਟ ਕੁਐਸਚਨ ਇਹ ਆ ਜੀ ਇਹਦੇ ਵਿੱਚ, ਅਕੋਰਡਿੰਗ ਟੂ ਦਾ ਹੈਨਲੇ ਪਾਸਪੋਰਟ ਇੰਡੈਕਸ, ਇਹ ਜਿਹੜੀ ਜਾਰੀ ਕਰਦੀ ਹੈ ਹੈਨਲੇ ਪਾਰਟਨਰਸ਼ਿਪ ਨਾਮ ਦੀ ਜਿਹੜੀ ਸੰਸਥਾ ਇਹਨੂੰ ਜਾਰੀ ਕਰਦੀ ਹੈ ਇੰਡੈਕਸ ਨੂੰ। ਇਹਦੇ ਵਿੱਚ ਇੰਡੀਆ ਦਾ ਰੈਂਕ ਪੁੱਛਿਆ ਗਿਆ। 2022 ਦੇ ਵਿੱਚ ਲੇਟੈਸਟ ਹੁਣ ਇੰਡੈਕਸ ਆਇਆ, ਇਹਦੇ ਵਿੱਚ ਇੰਡੀਆ ਦਾ ਰੈਂਕ 83 ਹੈ। 83 ਦਾ ਮਤਲਬ ਇਹ ਹੈ ਕਿ ਤੁਸੀਂ ਵੀਜ਼ਾ ਫਰੀ, ਅਗਰ ਜਿਹੜਾ ਇੰਡੀਆ ਦਾ ਪਾਸਪੋਰਟ ਕਿੰਨਾ ਪਾਵਰਫੁਲ ਹੈ, ਇਹਦਾ ਮਤਲਬ ਇਹ ਹੈ ਕਿ 60 ਕੰਟਰੀਆਂ ਦੀ ਸਰਵਿਸ ਜਿਹੜਾ ਹੈ ਵੀਜ਼ਾ ਫਰੀ, ਤੁਸੀਂ ਉਹਨਾਂ ਨੂੰ ਵੀਜ਼ਾ ਲਗਾਉਣ ਦੀ ਲੋੜ ਨਹੀਂ, ਉੱਥੇ ਤੁਸੀਂ ਜਾ ਸਕਦੇ ਹੋ। ਪਰ ਇਹਦੇ ਵਿੱਚ ਟੌਪ ਕਰਨ ਵਾਲੀ ਕੰਟਰੀਆਂ ਕਿਹੜੀਆਂ ਸੀ? ਉਹ ਸੀਗੀ ਜਾਪਾਨ। ਉਸ ਤੋਂ ਬਾਅਦ ਆ ਗਿਆ ਤੁਹਾਡਾ ਸਿੰਗਾਪੁਰ। ਅਗਰ ਇਹਨਾਂ ਕੰਟਰੀਆਂ ਦੇ ਤੁਹਾਡੇ ਕੋਲ ਪਾਸਪੋਰਟ ਹੈਗੇ ਨੇ, ਫਿਰ ਤੁਸੀਂ ਇੱਕ ਦੁਨੀਆ ਦੇ 192 ਦੇਸ਼ਾਂ ਦੇ ਵਿੱਚ ਫ੍ਰੀ ਵੀਜ਼ਾ ਟਰੈਵਲ ਕਰ ਸਕਦੇ ਹੋ। ਠੀਕ ਹੈ ਜੀ, ਵੀਜ਼ਾ ਤਦ ਲੱਗ ਸਕਦਾ ਉੱਥੇ। ਠੀਕ ਹੈ ਜੀ, ਉਸ ਤੋਂ ਬਾਅਦ ਮੇਨ ਗੱਲ ਹੈ ਜੀ ਇਹਦੇ ਵਿੱਚ ਕੁਝ ਹੋਰ ਵੀ ਇੰਡੈਕਸ ਆਪਾਂ ਨੂੰ ਵੇਖਣੇ ਚਾਹੀਦੇ ਨੇ, ਜਿਵੇਂ ਵਰਲਡ ਪ੍ਰੈਸ ਫਰੀਡਮ ਜਿਹੜਾ ਇੰਡੈਕਸ ਹੈ, ਇਹ ਜਿਹੜਾ ਇਹਦੇ ਵਿੱਚ ਇੰਡੀਆ ਦਾ ਰੈਂਕ ਜਿਹੜਾ ਨਾ ਉਹ 42 ਰੈਂਕ ਆਇਆ 42। ਤੇ ਇਹਦੇ ਵਿੱਚ ਸਭ ਤੋਂ ਉੱਪਰ ਜਿਹੜਾ ਆਇਆ ਜੀ ਉਹ ਹੈਗਾ ਨਾਰਵੇ, ਕਿਉਂਕਿ ਨਾਰਵੇ ਦੇ ਵਿੱਚ ਪ੍ਰੈਸ ਨੂੰ ਬਹੁਤ ਘੱਟ ਜਿਹੜੀ ਹੈ ਛੂਟ ਦਿੱਤੀ ਜਾਂਦੀ ਹੈ। ਠੀਕ ਹੈ ਜੀ, ਤੇ ਉਹ ਤੁਸੀਂ ਯਾਦ ਰੱਖਣਾ। ਉਸ ਤੋਂ ਬਾਅਦ ਆਪਾਂ ਇਹ ਗੱਲ ਕਰੀਏ ਕਲਾਈਮੇਟ ਗਲੋਬਲ ਇਨੋਵੇਸ਼ਨ ਇੰਡੈਕਸ ਦੇ ਵਿੱਚ ਇੰਡੀਆ ਦਾ ਜਿਹੜਾ ਰੈਂਕ ਹੈ ਉਹ 46 ਹੈ। ਤੇ ਸਵਿਟਜ਼ਰਲੈਂਡ ਜਿਹੜਾ ਕਿ ਇਹ ਸਭ ਤੋਂ ਉੱਪਰ ਹੈ, ਟੌਪ ਦੇ ਉੱਪਰ। ਠੀਕ ਹੈ ਜੀ, ਇਸ ਤਰ੍ਹਾਂ ਤੁਸੀਂ ਯਾਦ ਰੱਖ ਲਓ। ਕਰਪਸ਼ਨ ਦੇ ਵਿੱਚ ਬੇਸ 'ਤੇ ਕੁਐਸਚਨ ਆ ਜਾਂਦਾ, ਕਈ ਵਾਰੀ ਕਰਪਸ਼ਨ ਬੇਸ 'ਤੇ ਕੁਐਸਚਨ ਆ ਜਾਂਦਾ। ਕਰਪਸ਼ਨ ਜਿਹੜਾ ਪਰਫਾਰਮੈਂਸ ਇੰਡੈਕਸ ਜਿਹੜਾ ਹੈ ਉਹਦੇ ਵਿੱਚ ਇੰਡੀਆ ਦਾ ਰੈਂਕ ਕਿੰਨਾ ਹੈ? 86 ਹੈ। ਇਹ ਯਾਦ ਰੱਖਿਆ ਜੀ, ਕਰੋਨਾ ਵਾਇਰਸ ਪਰਫਾਰਮੈਂਸ ਦੇ ਵਿੱਚ ਵੀ ਇੰਡੀਆ ਦਾ ਰੈਂਕ 86 ਹੈ। ਇਹ ਵੀ ਤੁਸੀਂ ਯਾਦ ਰੱਖਣਾ ਹੈ। ਪਰ ਜਿਹੜਾ ਕਰਪਸ਼ਨ ਫਰੀ ਕੰਟਰੀ ਜਿਹਨੂੰ ਕਹਿੰਦਾ ਉਹ ਨਿਊਜ਼ੀਲੈਂਡ ਹੈ। ਠੀਕ ਹੈ ਜੀ, ਜਿਹੜਾ ਪਰਫਾਰਮੈਂਸ ਦੇ ਵਿੱਚ ਕਰੋਨਾ ਤੇ ਪਰਫਾਰਮੈਂਸ ਦੇ ਵਿੱਚ ਸਭ ਤੋਂ ਅੱਗੇ ਜਿਹੜੀ ਕੰਟਰੀਆਂ ਨੇ ਉਹ ਹੈਗੀਆਂ ਜੀ ਨਿਊਜ਼ੀਲੈਂਡ। ਠੀਕ ਹੈ ਜੀ, ਤੇ ਨਿਊਜ਼ੀਲੈਂਡ। ਉਸ ਤੋਂ ਬਾਅਦ ਹੈਗੀ ਹੈ ਡੈਨਮਾਰਕ। ਪੂਰੀ ਦੁਨੀਆ ਦੇ ਸਭ ਤੋਂ ਪਹਿਲਾਂ ਕਰੋਨਾ ਫਰੀ ਜਿਹੜੀ ਕੰਟਰੀ ਹੋਈ ਸੀ ਉਹ ਨਿਊਜ਼ੀਲੈਂਡ ਹੋਈ ਸੀ। ਇਹ ਵੀ ਤੁਸੀਂ, ਜੈਕਿੰਡਾ ਆਰਡਨ ਇਹਦੀ ਕੀ ਨੇ, ਜਿਹੜੀ ਪ੍ਰਾਈਮ ਮਿਨਿਸਟਰ ਨੇ, ਇਹ ਵੀ ਤੁਸੀਂ ਯਾਦ ਰੱਖਣਾ। ਤਾਂ ਆਈ ਹੋਪ ਕਿ ਇਹ ਪਾਸਪੋਰਟ ਤੋਂ ਰਿਲੇਟਡ ਤੁਹਾਨੂੰ ਸਾਰੇ ਮੈਂ ਕੁਐਸਚਨ ਦੱਸ ਦਿੱਤੇ ਨੇ। ਤੇ ਇਸ ਨੂੰ ਇੱਕ ਤੁਸੀਂ ਇਹ ਯਾਦ ਰੱਖਿਆ ਜੀ, ਇਹਦੇ ਵਿੱਚ ਸਭ ਤੋਂ ਵੀਕ ਪਾਸਪੋਰਟ ਕਿਹੜੀ ਕੰਟਰੀ ਦਾ? ਉਹ ਹੈਗਾ ਜੀ ਅਫਗਾਨਿਸਤਾਨ ਦਾ। ਠੀਕ ਹੈ ਜੀ, ਅਫਗਾਨਿਸਤਾਨ ਤੇ ਪਾਕਿਸਤਾਨ ਸਭ ਤੋਂ ਥੱਲੇ ਇਸ ਰੈਂਕਿੰਗ ਦੇ ਵਿੱਚ ਹੈਗੇ ਨੇ। ਇਹ ਵੀ ਤੁਸੀਂ ਯਾਦ ਰੱਖਣਾ। ਇੱਕ ਪਾਸਪੋਰਟ ਤੋਂ ਰਿਲੇਟਡ ਆਪਣਾ ਮਿਸ਼ਨ ਚੱਲ ਰਿਹਾ ਇੰਡੀਆ ਦੇ ਵਿੱਚ, ਪਾਸਪੋਰਟ ਸੇਵਾ ਜਿਹੜਾ ਮਿਸ਼ਨ 2008 ਦੇ ਵਿੱਚ ਸਟਾਰਟ ਕੀਤਾ ਸੀ ਕਾਂਗਰਸ ਗਵਰਨਮੈਂਟ ਨੇ। ਇਹਦਾ ਹੁਣ ਸੈਕਿੰਡ ਫੇਜ਼ ਸਟਾਰਟ ਹੋ ਗਿਆ 0.2। ਇਹ ਮੈਂ ਦੱਸਿਆ ਸੀਗਾ ਕਿਹੜੀ ਕੰਪਨੀ ਦੇ ਨਾਲ ਟਾਈ ਅਪ ਕੀਤਾ ਸਰਕਾਰ ਨੇ, ਇਹ ਕੀਤਾ TCS ਦੇ ਨਾਲ। ਇਹ ਸੁਵਿਧਾ ਦੇਣ ਵਾਸਤੇ ਜਿਹੜਾ ਆਪਣਾ ਪਾਸਪੋਰਟ 10,000 15 ਦਿਨਾਂ ਦੇ ਵਿੱਚ ਬਣ ਜਾਂਦਾ ਹੈ ਇਹਦੇ ਵਾਸਤੇ। ਠੀਕ ਹੈ ਜੀ, ਹੁਣ ਇਹ ਕਿਹੜੀ ਮਿਨਿਸਟਰੀ ਦੇ ਨਾਲ ਕੀਤਾ ਹੈ? ਕਿਉਂਕਿ ਪਾਸਪੋਰਟ ਬਾਹਰ ਜਾਣ ਵਾਲਾ ਸਾਰਾ ਕੰਮ ਜਿਹੜਾ ਹੁੰਦਾ ਐਕਸਟਰਨਲ ਅਫੇਅਰ ਮਿਨਿਸਟਰ ਦੇ ਅੰਡਰ ਹੁੰਦਾ। ਐਕਸਟਰਨਲ ਅਫੇਅਰ ਮਿਨਿਸਟਰ ਆਪਣੇ ਹੈਗੇ ਨੇ ਆਪਣੇ
ਜੈਸ਼ੰਕਰ, ਠੀਕ ਹੈ ਨਹੀਂ, ਉਹਨਾਂ ਦਾ ਨਾਮ ਯਾਦ ਰੱਖਣਾ ਤੁਸੀਂ। ਉਸ ਤੋਂ ਬਾਅਦ ਆ ਜਾਓ ਨੈਕਸਟ ਕੁਐਸਚਨ ਦੇ ਉੱਪਰ। ਉਹ ਤੋਂ ਹੂ ਹੈਜ਼ ਬੀਨ ਨੇਮ ਆਫ ਦਾ ਚੀਫ ਇਕਨੋਮਿਕਸ ਜਿਹੜਾ ਬਣੇ ਨੇ ਹੁਣ ਇੰਟਰਨੈਸ਼ਨਲ ਮੋਨੇਟਰੀ ਫੰਡ IMF ਦੇ, ਜਿਹੜਾ ਕਿ ਜਿਨ੍ਹਾਂ ਨੇ ਗੀਤਾ ਗੋਪੀਨਾਥ ਨੂੰ ਕੀ ਕੀਤਾ ਹੈ, ਰਿਪਲੇਸ ਕੀਤਾ ਹੈ, ਉਹ ਬਣੇ ਨੇ ਕਿਹੜੇ ਜੀ? ਇਹ ਹੈਗੇ ਪਿਆਰੇ ਓਲਾਈਵਰ, ਇਹਨਾਂ ਦਾ ਨਾਮ ਯਾਦ ਰੱਖ ਲਿਆ ਜੀ। ਇਹ ਹੈਗੇ ਨੇ ਫਰਾਂਸ ਦੇ ਵਿਅਕਤੀ ਨੇ। ਇਹ ਹੁਣ ਚੀਫ ਇਕਨੋਮਿਕਸ ਆਫਿਸਰ ਬਣ ਚੁੱਕੇ ਨੇ। IMF ਪੂਰੀ ਦੁਨੀਆ ਦੀ ਦੋ ਸੰਸਥਾਵਾਂ ਨੇ ਜਿਨ੍ਹਾਂ ਨੂੰ ਇੱਕ ਵਰਲਡ ਬੈਂਕ ਕਿਹਾ ਜਾਂਦਾ, ਜਿਵੇਂ ਇੱਕ ਵਰਲਡ ਬੈਂਕ ਹੈ, ਇੱਕ IMF ਹੈ। ਦੋਨੇ ਹੀ ਬੈਂਕ ਵਜੋਂ ਕੰਮ ਕਰਦੇ ਨੇ, ਪੂਰੀ ਦੁਨੀਆ ਦੇ ਵਿੱਚ ਲੋਨ ਵਗੈਰਾ ਪ੍ਰੋਵਾਈਡ ਕਰਦੇ ਨੇ ਡਿਵੈਲਪਿੰਗ ਕੰਟਰੀਆਂ ਬਿਲਕੁਲ ਅਤੇ ਛੋਟੀ ਕੰਟਰੀਆਂ ਨੂੰ, ਠੀਕ ਹੈ। ਇਹ ਜਿਹੜਾ IMF ਹੈ ਇਹਦੇ ਵਿੱਚ ਹੁਣ ਗੀਤਾ ਗੋਪੀਨਾਥ ਕੀ ਬਣ ਚੁੱਕੇ ਨੇ? ਇਹ ਇੱਥੇ ਸਭ ਤੋਂ ਪਾਵਰਫੁਲ ਲੇਡੀ, ਸੈਕਿੰਡ ਨੰਬਰ 'ਤੇ ਇਹਨਾਂ ਨੂੰ ਪੋਸਟ ਦਿੱਤੀ ਗਈ ਹੈ ਡਿਪਟੀ ਡਾਇਰੈਕਟਰ ਦੀ ਜਿਹੜੀ ਪੋਸਟ ਇਹਨਾਂ ਨੂੰ ਦਿੱਤੀ ਗਈ ਹੈ। ਅਤੇ ਇਹਨਾਂ ਦੀ ਜਿਹੜੀ ਪ੍ਰੈਜ਼ੀਡੈਂਟ ਕੌਣ ਨੇ? ਹੁਣ ਜਿਹੜੀ IMF ਹੈ ਇਹਦੀ ਪ੍ਰੈਜ਼ੀਡੈਂਟ ਹੈਗੀ ਨੇ ਕ੍ਰਿਸਟੀਨਾ ਜਿਓਰਜੀਵਾ, ਠੀਕ ਹੈ, ਇਹ ਤੁਸੀਂ ਯਾਦ ਰੱਖਣਾ ਹੈ। ਜਿਹੜਾ IMF ਹੈ ਇਹ IMF ਅਤੇ ਵਰਲਡ ਬੈਂਕ ਇਹ ਦੋਨੇ ਕਦੋਂ ਬਣੇ ਸੀ? ਇੱਕ ਸੰਸਥਾ ਦਾ ਨਾਮ ਰੱਖੋ ਬ੍ਰੈਟਨ ਵੁਡਸ ਜਿਹੜੀ ਕਾਨਫਰੰਸ ਹੋਈ ਸੀ ਕਿੱਥੇ? 1945 ਦੇ 1944 ਦੇ ਵਿੱਚ, ਠੀਕ ਹੈ। ਇਸ ਦੋਨੇ ਸੰਸਥਾਵਾਂ ਬਣੀਆਂ ਸੀ, ਬ੍ਰੈਟਨ ਵੁਡਸ ਕਾਨਫਰੰਸ। ਉਸ ਤੋਂ ਬਾਅਦ ਕਈ ਵਾਰੀ ਪੇਪਰ ਦੇ ਵਿੱਚ ਆ ਸਕਦਾ ਤੁਹਾਨੂੰ ਕਿ ਇਹ ਦੱਸੋ ਜੀ ਵੀ IMF ਦੇ ਵਿੱਚ ਕਰੰਸੀ ਦਾ ਕੀ ਸਿਸਟਮ ਹੈ? ਕਰੰਸੀ ਇਹਦੇ ਵਿੱਚ ਜਾਰੀ ਹੁੰਦੇ ਨੇ SDR ਦਾ ਮਤਲਬ ਹੁੰਦਾ ਸਪੈਸ਼ਲ ਡਰਾਇੰਗ ਰਾਈਟਸ, ਇਹ ਤੁਸੀਂ ਯਾਦ ਰੱਖਣੇ ਨੇ, ਠੀਕ ਹੈ ਜੀ। ਇਹਦੇ ਸਭ ਤੋਂ ਜ਼ਿਆਦਾ ਕੋਟਾ ਸਿਸਟਮ ਚੱਲਦਾ IMF ਦੇ ਵਿੱਚ, ਉਹ ਹੈਗਾ USA। ਸਭ ਤੋਂ ਜ਼ਿਆਦਾ ਕੋਟਾ ਸਿਸਟਮ USA ਦਾ ਹੈ। ਅਤੇ ਇਸ ਦੇ ਵੀ ਇੰਡੀਆ ਦਾ ਜਿਹੜਾ ਰੈਂਕ ਆਉਂਦਾ ਉਹ 7ਵਾਂ ਜਾਂ 8ਵਾਂ ਰੈਂਕ ਆਉਂਦਾ, ਇਹ ਚੇਂਜ ਹੁੰਦਾ ਹੀ ਰਹਿੰਦਾ ਥੋੜ੍ਹਾ ਕੋਟੇ ਸਿਸਟਮ ਦੇ ਅਕੋਰਡਿੰਗ, ਠੀਕ ਹੈ ਜੀ। ਇਹ ਤੁਸੀਂ ਯਾਦ ਰੱਖਣਾ। ਆਈ ਹੋਪ ਕਿ ਤੁਹਾਨੂੰ ਇਹਨਾਂ ਦੋਨਾਂ ਦਾ ਹੈੱਡਕੁਆਟਰ ਕਿੱਥੇ, ਕਈ ਵਾਰੀ ਪੁੱਛ ਲੈਣ, ਵਾਸ਼ਿੰਗਟਨ DC। ਪੈਸਾ ਸੰਭਾਲਣ ਦਾ ਸਾਰਾ ਕੰਮ ਅਮਰੀਕਾ ਨੇ ਆਪਣੇ ਕੋਲ ਰੱਖਿਆ ਹੋਇਆ ਹੈ, ਅਤੇ ਇਹਦਾ ਤੁਸੀਂ ਯਾਦ ਰੱਖਣਾ। ਵਰਲਡ ਬੈਂਕ ਦੇ ਵੀ ਤੁਹਾਨੂੰ ਪੁੱਛ ਸਕਦੇ ਕੌਣ ਹੈ ਪ੍ਰੈਜ਼ੀਡੈਂਟ? ਉਹ ਹੈਗੇ ਨੇ ਡੇਵਿਡ ਮੈਲਪਸ, ਇਹ ਵੀ ਤੁਸੀਂ ਯਾਦ ਰੱਖੋਗੇ। ਨੈਕਸਟ ਕੁਐਸਚਨ 'ਤੇ ਆਓ। ਉਸ ਤੋਂ ਬਾਅਦ ਕਹਿੰਦਾ ਜੀ 9th ਐਡੀਸ਼ਨ ਆਫ ਦਾ ਨੈਸ਼ਨਲ ਨਾਰਥ ਈਸਟ ਫੈਸਟੀਵਲ ਇਨ ਵਿਚ ਸਟੇਟ? ਤਾਂ ਦੇਖੋ ਜੀ ਨਾਰਥ ਈਸਟ ਦੇ ਵਿੱਚ ਟੂਰਿਜ਼ਮ ਨੂੰ ਵਧਾਉਣ ਵਾਸਤੇ ਆਪਣੇ ਕੋਲ ਇੱਕ ਨਾਰਥ ਈਸਟ ਦੇ ਵਿੱਚ ਇੱਕ ਫੈਸਟੀਵਲ ਮਨਾਉਣੇ ਆ, ਜਿਹਦਾ 9th ਐਡੀਸ਼ਨ ਸੀਗਾ। ਉਹ ਕਿੱਥੇ ਮਨਾਇਆ ਗਿਆ? ਤਾਂ ਇਹ ਮਨਾਇਆ ਗਿਆ ਸੀ ਅਸਾਮ ਦੇ ਗੁਹਾਟੀ ਦੇ ਵਿੱਚ। ਗੁਹਾਟੀ ਅਸਾਮ ਦਾ ਸਭ ਤੋਂ ਵੱਡਾ ਜਿਹੜਾ ਪਹਿਲੀ ਜਿਹੜੇ ਕੈਪੀਟਲ ਮੰਨਾ ਤਾਂ ਅਸਾਮ ਦੀ ਹੁੰਦੀ ਸੀ ਗੁਹਾਟੀ, ਠੀਕ ਹੈ। ਹੁਣ ਮੇਨ ਕੌਣ ਬਣ ਚੁੱਕੀ ਹੈ? ਦੀਸਪੁਰ, ਠੀਕ ਹੈ। ਹੁਣ ਦੀਸਪੁਰ ਬਣ ਚੁੱਕੀ ਹੈ। ਪਰ ਇਹ ਤੁਹਾਨੂੰ ਪੁੱਛਿਆ ਜਾ ਸਕਦਾ ਹੈ ਜਿਹੜੀ ਇਹਨਾਂ ਦੀ ਹਾਈ ਕੋਰਟ ਹੈ ਉਹ ਕਿੱਥੇ ਹੈ? ਗੁਹਾਟੀ ਦੇ ਵਿੱਚ ਹੀ ਹੈ, ਠੀਕ ਹੈ। ਗੁਹਾਟੀ ਹਾਈ ਕੋਰਟ ਹੀ ਕਹਿੰਦੇ ਹਾਂ ਆਪਾਂ। ਉਸ ਤੋਂ ਬਾਅਦ ਪੇਪਰ ਦੇ ਵਿੱਚ ਤੁਹਾਨੂੰ ਇਹ ਪੁੱਛਿਆ ਜਾ ਸਕਦਾ ਹੈ। ਉਸ ਤੋਂ ਬਾਅਦ ਇਹਨਾਂ ਦਾ ਇੱਕ ਫੈਸਟੀਵਲ ਹੋਰ ਹੈ ਜਿਹੜਾ ਕਾਫੀ ਪੇਪਰਾਂ 'ਚ ਆਉਂਦਾ, ਉਹ ਹੈਗਾ ਬਿਹੂ। ਇਹਨਾਂ ਦਾ ਜਿਹੜਾ ਇੱਕ ਡਾਂਸ ਪਰਫੋਰਮੈਂਸ ਵਾਲਾ, ਠੀਕ ਹੈ, ਇਹ ਵੀ ਤੁਸੀਂ ਪੇਪਰ ਦੇ ਵਿੱਚ ਆ ਸਕਦਾ। ਉਸ ਤੋਂ ਬਾਅਦ ਆਉਂਦਾ ਜੀ ਇਹਦੇ 'ਚ ਆਸਾਮ ਦੇ ਵਿੱਚ ਕਈ ਹੈਗੇ ਨੇ ਹੇਮੰਤ ਸ਼ਰਮਾ, ਇਹਨਾਂ ਦੇ ਕੀ ਨੇ? ਉਹ ਬਸੰਤ ਸ਼ਰਮਾ ਜੀ ਜਿਹੜੇ ਨੇ ਇਹਨਾਂ ਦੇ ਹੁਣ CM ਬਣੇ ਨੇ। ਜਗਦੀਸ਼ ਮੁਖੀ ਇਹਨਾਂ ਦੇ ਕੀ ਨੇ? ਗਵਰਨਰ ਬਣੇ ਨੇ ਅਸਾਮ ਦੇ। ਉਸ ਤੋਂ ਬਾਅਦ ਤੁਹਾਨੂੰ ਪੇਪਰ 'ਚ ਇਹਨਾਂ ਦੇ ਨੈਸ਼ਨਲ ਪਾਰਕ ਬੜੇ ਪੇਪਰ 'ਚ ਨਿਊਜ਼ 'ਤੇ ਆਉਂਦੇ ਨੇ। ਕਾਜ਼ੀਰੰਗਾ ਹੋ ਗਿਆ, ਜਿਵੇਂ ਨਾਮੇਰੀ ਹੋ ਗਿਆ, ਠੀਕ ਹੈ, ਨਾਮੇਰੀ ਹੋ ਗਿਆ, ਔਰਾਂਗ ਹੋ ਗਿਆ, ਮਾਨਸ ਨੈਸ਼ਨਲ ਪਾਰਕ ਹੋ ਗਿਆ। ਇਹ ਸਾਰੇ ਪੇਪਰ 'ਚ ਆ ਸਕਦੇ ਨੇ। ਤੁਹਾਨੂੰ ਕੋਈ ਵੀ ਕੁਐਸਚਨ ਇਸ ਫੈਕਟਰ ਪੇਪਰ 'ਚ ਆ ਸਕਦਾ। ਇੱਕ ਇਹਨਾਂ ਦਾ ਆ ਸਕਦਾ ਪੇਪਰ ਦੇ ਵਿੱਚ ਤੁਹਾਨੂੰ ਕਿੱਥੇ ਗਿਆ? ਇਸ ਇੱਕ ਪੇਪਰ ਦੇ ਵਿੱਚ ਤੁਹਾਨੂੰ ਆ ਸਕਦਾ ਹੈ ਅੰਬੂਚੀ ਮੇਲਾ, ਜਿਹੜਾ ਥੋੜਾ ਸਪੈਲਿੰਗ ਦੇ ਵਿੱਚ ਪ੍ਰੋਨਾਊਂਸੀਏਸ਼ਨ ਦੇ ਵਿੱਚ ਪ੍ਰੋਬਲਮ ਆ ਗਈ। ਅਤੇ ਅੰਬੂਚੀ ਜਿਹੜਾ ਮੇਲਾ ਹੈ ਉਹ ਕਿੱਥੇ ਲੱਗਦਾ? ਇਹ ਜੀ ਕਾਮਾਖਿਆ ਟੈਂਪਲ ਹੈਗਾ। ਕਾਮਾਖਿਆ ਟੈਂਪਲ ਬੜੀ ਵਾਰੀ ਪੇਪਰ 'ਚ ਆਉਂਦਾ। ਕਾਮਾਖਿਆ ਟੈਂਪਲ ਹੈਗਾ ਅਸਾਮ ਦੇ ਵਿੱਚ, ਉੱਥੇ ਇਹ ਮੇਲਾ ਲੱਗਦਾ ਅੰਬੂਚੀ ਮੇਲਾ। ਇਹ ਵੀ ਤੁਸੀਂ ਯਾਦ ਰੱਖਣਾ, ਅਸਾਮ ਤੋਂ ਰਿਲੇਟਿਡ ਬਹੁਤ ਇੰਪੋਰਟੈਂਟ ਫੈਕਟ ਹੈ, ਇਹ ਤੁਸੀਂ ਯਾਦ ਰੱਖਿਆ ਜੀ। ਉਸ ਤੋਂ ਬਾਅਦ ਨੈਕਸਟ ਕੁਐਸਚਨ 'ਤੇ ਆਉਂਦੇ ਹਾਂ। ਨੈਕਸਟ ਕੁਐਸਚਨ ਹੈ ਵਿਚ ਸਟੇਟ ਗੋਟ ਦਾ ਫਸਟ ਪੋਜੀਸ਼ਨ 96th ਸਕਿੱਲ ਇੰਡੀਆ ਇਨੋਵੇਸ਼ਨ ਇੰਡੈਕਸ ਦੇ ਵਿੱਚ? ਦੇਖੋ ਜੀ ਸਕਿੱਲ ਇੰਡੀਆ ਇਨੋਵੇਸ਼ਨ ਇੰਡੈਕਸ ਹੋਇਆ ਸੀ, ਇਹਦੇ ਵਿੱਚ ਕਾਫੀ ਸਟੇਟਸ ਨੂੰ ਅਵਾਰਡ ਮਿਲੇ ਨੇ। 26 ਸਟੇਟਸ ਦੇ ਵਿੱਚ ਹੋਇਆ ਸੀਗਾ। ਇੰਡੀਆ ਸਕਿੱਲਸ, ਜਿਵੇਂ ਆਪਾਂ ਕਈ ਤਰ੍ਹਾਂ ਦੀ ਸਕਿੱਲ ਸਟੇਟਾਂ ਦੇ ਵਿੱਚ ਪ੍ਰੋਜੈਕਟ ਲੱਗਦੇ ਨੇ, ਉਹਨਾਂ ਦੇ ਵਿੱਚ ਸਭ ਤੋਂ ਜ਼ਿਆਦਾ ਅਵਾਰਡ ਕਿਹਨੂੰ ਮਿਲਿਆ? ਤਾਂ ਇਹਦੇ ਵਿੱਚ ਜੀ ਸਭ ਤੋਂ ਜ਼ਿਆਦਾ ਅਵਾਰਡ ਜਿਹੜੇ ਮਿਲਿਆ ਉਹ ਓਡੀਸ਼ਾ ਨੂੰ ਮਿਲਿਆ। ਇਹਦੇ 'ਚ ਇੰਨੀ ਆਪਾਂ ਨੂੰ ਰਟਣ ਦੀ ਲੋੜ ਨਹੀਂ, ਸਿਰਫ ਇਹਦੇ 'ਚ ਪਹਿਲਾਂ ਓਡੀਸ਼ਾ ਦਾ ਤੁਸੀਂ ਨਾਮ ਯਾਦ ਰੱਖਣਾ ਹੈ। ਓਡੀਸ਼ਾ ਦੀ ਕੈਪੀਟਲ ਕਿਹੜੀ ਹੈ? ਭੁਵਨੇਸ਼ਵਰ, ਠੀਕ ਹੈ, ਭੁਵਨੇਸ਼ਵਰ ਯਾਦ ਰੱਖ ਲਓ। ਉਸ ਤੋਂ ਬਾਅਦ ਇਹ ਹੈ ਕਿ ਓਡੀਸ਼ਾ ਨੇ ਕਿੰਨੇ ਗੋਲਡ ਮੈਡਲ ਜਿੱਤੇ ਨੇ? 10 ਗੋਲਡ ਮਿਲੇ ਸੀਗੇ, ਠੀਕ ਹੈ। ਇਹਦੇ ਵਿੱਚ ਤੁਸੀਂ ਇਹ ਯਾਦ ਰੱਖਣਾ, ਠੀਕ ਹੈ ਜੀ, ਇਹ ਤੁਸੀਂ ਯਾਦ ਰੱਖ ਲਓ। ਉਸ ਤੋਂ ਬਾਅਦ ਪੇਪਰ ਦੇ ਵਿੱਚ ਤੁਹਾਨੂੰ ਇਹ ਵੀ ਪੁੱਛਿਆ ਜਾ ਸਕਦਾ ਹੈ ਕਿ ਕਿਹੜੀ ਮਿਨਿਸਟਰੀ ਨੇ ਇਹਨੂੰ ਸਟਾਰਟ ਕੀਤਾ ਹੈ? ਮਿਨਿਸਟਰੀ ਆਫ ਸਕਿੱਲਸ ਐਂਡ ਡਿਵੈਲਪਿੰਗ ਐਂਟਰਪ੍ਰੈਨਿਓਰਸ਼ਿਪ ਜਿਹੜੀ ਮਿਨਿਸਟਰੀ ਆਪਣੀ ਆਉਂਦੀ ਹੈ ਸਕਿੱਲਸ ਵਾਸਤੇ, ਉਹਨਾਂ ਨੇ ਇਹ ਜਿਹੜਾ ਸਟਾਰਟ ਕੀਤਾ ਸੀਗਾ, ਠੀਕ ਹੈ ਜੀ, ਇਹ ਤੁਸੀਂ ਯਾਦ ਰੱਖਿਆ ਜੀ। ਅਤੇ ਉਸ ਤੋਂ ਬਾਅਦ ਆ ਜਾਓ ਨੈਕਸਟ ਕੁਐਸਚਨ, ਇਹ ਹੋ ਗਿਆ ਆਪਣਾ, ਠੀਕ ਹੈ। ਉਸ ਤੋਂ ਬਾਅਦ ਆ ਜਾਓ ਵਿਚ ਸਟੇਟ ਹੈ ਚੂਜ਼ ਦੀ ਫਸਟ ਹੈਲੀ ਹਬ ਵਿਦ ਦੀ ਆਲ ਐਵੀਏਸ਼ਨ ਫੈਸਿਲਿਟੀਜ਼? ਤਾਂ ਪਹਿਲਾਂ ਇਹ ਦੇਖੋ ਜੀ ਐਵੀਏਸ਼ਨ ਮਿਨਿਸਟਰ ਸਾਡੇ ਇੰਡੀਆ ਦੇ ਵਿੱਚ ਕਿਹੜੇ ਨੇ? ਕੈਬਨਿਟ ਜੋਤੀ ਰਾਓ ਸਿੰਧੀਆ। ਇਹਨਾਂ ਨੇ ਕੀ ਕੀਤਾ ਜੀ? ਹੁਣ ਹਰਿਆਣਾ ਗੌਰਮੈਂਟ ਦੇ ਜਿਹੜੇ ਦੁਸ਼ਯੰਤ ਚੌਟਾਲਾ ਨੇ, ਜਿਹੜੇ ਡਿਪਟੀ CM ਨੇ, ਉਹਨਾਂ ਨੇ ਕੀ ਕੀਤਾ ਜੀ? ਜਿਹੜਾ ਗੁਰੂਗ੍ਰਾਮ ਹੈ ਨਾ, ਇਸ ਨੂੰ ਇਸ ਤਰ੍ਹਾਂ ਨਾਲ ਡਿਵੈਲਪ ਕੀਤਾ ਜਾਏਗਾ ਕਿ ਇੱਥੇ ਹੈਲੀਕਾਪਟਰ ਹੱਬ ਵੀ ਬਣਾਇਆ ਜਾਏਗਾ ਇਸ ਨੂੰ। ਤਾਂ ਇਹ ਇੰਡੀਆ ਦੀ ਫਸਟ ਸਿਟੀ ਬਣੂਗੀ ਜਿਹੜੀ ਕੀ ਹੈ ਜੀ
ਆਪਣੀ ਗੁਰੂਗ੍ਰਾਮ, ਠੀਕ ਹੈ। ਗੁਰੂਗ੍ਰਾਮ ਦੇ ਵਿੱਚ 2 ਕੁਐਸਚਨ ਇੰਪੋਰਟੈਂਟ ਨੇ। ਗ੍ਰੇਨ ਏਟੀਐਮ ਇਹ ਕਿੱਥੇ ਲਗਾਏ ਗਏ ਸੀ ਇੰਡੀਆ ਦੇ ਵਿੱਚ ਫਸਟ ਟਾਈਮ? ਗ੍ਰੇਨ ਏਟੀਐਮ ਕਿੱਥੇ ਲਗਾਏ? ਇਹ ਗ੍ਰੇਨ ਮਤਲਬ ਜਿੱਥੇ ਕਣਕ ਨਿਕਲਦੀ ਹੈ ਏਟੀਐਮ ਦੇ ਵਿੱਚੋਂ, ਉਸ ਤਰ੍ਹਾਂ ਦੇ ਏਟੀਐਮ ਲਗਾਏ ਗਏ ਸੀ ਕਿੱਥੇ? ਇਹ ਹਰਿਆਣਾ ਗੌਰਮੈਂਟ ਨੇ ਲਗਾਏ ਸੀਗੇ ਜੀ ਗੁਰੂਗ੍ਰਾਮ ਦੇ ਵਿੱਚ। ਇੱਕ ਤੁਸੀਂ ਯਾਦ ਰੱਖਣਾ ਹੈ ਜੀ, ਇੰਡੀਆ ਦਾ ਇੱਕ ਸੋਲਰ ਅਲਾਇੰਸ, ਜਿਹੜਾ ਇੰਡੀਆ ਦਾ ਇੰਟਰਨੈਸ਼ਨਲ ਸੋਲਰ ਅਲਾਇੰਸ ਜਿਹੜੀ ਸੰਸਥਾ ਹੈ, ਉਹਦਾ ਜਿਹੜਾ ਹੈੱਡਕੁਆਟਰ ਵੀ ਹੈ ਉਹ ਗੁਰੂਗ੍ਰਾਮ ਦੇ ਵਿੱਚ ਹੈ। ਆਈ ਹੋਪ ਕਿ ਤੁਹਾਨੂੰ ਦੋਨੇ ਕੁਐਸਚਨ ਸਮਝ ਆ ਗਏ। ਨੈਕਸਟ ਕੁਐਸਚਨ ਤੇ ਆ ਜਾਓ। ਆਜ਼ਾਦ ਪਟੇਲ ਦੀ ICC ਮੰਥ ਪਲੇਅਰ ਆਫ ਦਾ, ਇਹ ਆਜ਼ਾਦ ਪਟੇਲ ਦੇਖੋ ਨਾਮ ਦੇ ਉੱਪਰ ਜਾਣਾ, ਤੁਸੀਂ ਨਾਮ ਦੇਖੋ ਆਜ਼ਾਦ ਪਟੇਲ ਨੇ, ਪਰ ਇਹ ਕਿਹੜੀ ਦੇਸ਼ ਦੀ ਕੰਟਰੀ ਦੇ ਪਲੇਅਰ ਨੇ ਜਿਨ੍ਹਾਂ ਨੂੰ ICC ਨੇ ਕੀ ਕੀਤਾ ਜੀ, ਦਸੰਬਰ ਮੰਥ ਦਾ ਪਲੇਅਰ ਨਿਯੁਕਤ ਕੀਤਾ, ਪਲੇਅਰ ਸਿਲੈਕਟ ਕੀਤਾ, ਠੀਕ ਹੈ ਜੀ। ਤਾਂ ਇਹ ਵੂਮੈਨ ਦੇ ਵਿੱਚ ਵੀ ਹੁੰਦਾ, ਪਰ ਵੂਮੈਨ ਦੇ ਵਿੱਚ ਹਜੇ ਤੱਕ ਕਿਸੇ ਨੂੰ ਸਿਲੈਕਟ ਹੀ ਨਹੀਂ ਕੀਤਾ ਗਿਆ, ਦਸੰਬਰ ਦੇ ਵਿੱਚ ਕੀਤਾ ਗਿਆ। ਤਾਂ ਦਸੰਬਰ ਇਹ ਹੈਗੇ ਨੇ ਆਜ਼ਾਦ ਪਟੇਲ, ਇੱਕ ਸਪਿਨਰ ਬੋਲਰ ਨੇ, ਕ੍ਰਿਕਟ ਦੇ ਵਿੱਚ ਕ੍ਰਿਕਟ ਤੋਂ ਬਿਲੋਂਗ ਕਰਦੇ ਨੇ ਅਤੇ ਨਿਊਜ਼ੀਲੈਂਡ ਦੇ ਨੇ, ਇਹ ਵੀ ਤੁਸੀਂ ਯਾਦ ਰੱਖਣਾ। ਨਿਊਜ਼ੀਲੈਂਡ ਦੇ ਤੁਹਾਨੂੰ ਪਤਾ ਓਮਾਨ ਦੇ ਵਿੱਚ, ਹੁਣ ਓਮਾਨ ਅਤੇ UAE ਦੇ ਵਿੱਚ ਕੀ ਹੋਇਆ ਸੀ, T20 ਫਾਈਨਲ ਹੋਇਆ ਸੀ, ਉਹਦੇ ਵਿੱਚ ਨਿਊਜ਼ੀਲੈਂਡ ਅਤੇ ਕਿਹਦੇ ਵਿੱਚ ਹੋਇਆ ਸੀਗਾ, ਨਿਊਜ਼ੀਲੈਂਡ ਦੇ ਅਤੇ ਆਸਟ੍ਰੇਲੀਆ ਦੇ ਵਿੱਚ ਹੋਇਆ ਸੀ। ਇਹ T20 ਆਸਟ੍ਰੇਲੀਆ ਨੇ ਜਿੱਤਿਆ ਸੀਗਾ, ਠੀਕ ਹੈ ਜੀ। ਹੁਣ ਚੈਂਪੀਅਨਸ ਟਰੋਫੀ ਆਪਣਾ ਚੈਂਪੀਅਨਸ ਟਰੋਫੀ ਹੋਣੀ ਹੈ 2025 ਦੇ ਵਿੱਚ, ਉਹ ਕਿੱਥੇ ਹੋਣੀ ਹੈ? ਉਹ ਪਾਕਿਸਤਾਨ ਦੇ ਵਿੱਚ ਹੋਣੀ ਹੈ, ਇਹ ਵੀ ਤੁਸੀਂ ਯਾਦ ਰੱਖਿਆ ਜੀ। 2022 ਦੇ ਵਿੱਚ, ਹੁਣ 2024 ਦੇ ਵਿੱਚ ਜਿਹੜੇ T20 ਵਰਲਡ ਕੱਪ ਹੋਵੇਗਾ ਉਹ ਵੈਸਟ ਇੰਡੀਜ਼ ਦੇ ਵਿੱਚ ਹੋਵੇਗਾ, ਠੀਕ ਹੈ। ਵੈਸਟ ਇੰਡੀਜ਼ ਅਤੇ ਅਮਰੀਕਾ ਨੂੰ ਔਰਗਨਾਈਜ਼ ਕਰਨਗੇ, ਇਹ ਵੀ ਤੁਸੀਂ ਯਾਦ ਰੱਖਣਾ। 2023 ਦੇ ਵਿੱਚ ਆਪਣਾ ਕਿਹੜਾ ਹੋਣਾ ਵਰਲਡ ਕੱਪ ਹੋਣਾ ਇੰਡੀਆ ਦੇ ਵਿੱਚ, ਠੀਕ ਹੈ ਜੀ, ਇਹ ਤੁਸੀਂ ਯਾਦ ਰੱਖਣਾ। ਹੁਣ ਪੇਪਰ 'ਤੇ ਇਹ ਵੀ ਯਾਦ ਰੱਖ ਲਓ ਕਿ ਇਹ ਸਪਿਨਰ ਬੋਲਰ ਨੇ, ਇਹਨਾਂ ਨੇ ਕੰਮ ਕੀ ਕੀਤਾ? ਇਹਨਾਂ ਨੇ ਜੀ 21 ਇਨਿੰਗ ਦੇ ਵਿੱਚ 10 ਵਿਕਟਾਂ ਲਿੱਤੀਆਂ ਨੇ, ਠੀਕ ਹੈ ਜੀ, 10 ਵਿਕਟਾਂ ਲਿੱਤੀਆਂ ਨੇ। ਇਹ ਇਸ ਤਰ੍ਹਾਂ ਕਰਨ ਵਾਲੇ 3rd ਪਲੇਅਰ ਬਣ ਗਏ ਨੇ ਪੂਰੀ ਦੁਨੀਆ ਦੇ ਵਿੱਚ। ਜਿਮ ਲਾਕਰ ਨਾਮ ਦੇ ਪਹਿਲੇ ਪਰਸਨ ਸੀਗੇ ਜਿਨ੍ਹਾਂ ਨੇ 10 ਵਿਕਟਾਂ ਲਈਆਂ ਸੀ ਪਹਿਲੀ ਇਨਿੰਗ ਦੇ ਵਿੱਚ। ਉਸ ਤੋਂ ਬਾਅਦ ਅਨਿਲ ਕੁੰਬਲੇ ਇੰਡੀਆ ਦੇ ਪਲੇਅਰ ਸੀਗੇ, ਉਹਨਾਂ ਨੇ ਵੀ ਇਸ ਤਰ੍ਹਾਂ ਕੀਤਾ ਸੀ। ਇਹ 3rd ਪਲੇਅਰ ਨੇ ਜਿਹੜੇ ਨਿਊਜ਼ੀਲੈਂਡ ਦੇ ਨੇ, ਠੀਕ ਹੈ ਜੀ। ਸਪੈਸ਼ਲੀ ਯਾਦ ਰੱਖਣਾ, ਇਹ ਨਾਮ ਤੋਂ ਐਵੇਂ ਲੱਗੂਗਾ ਇੰਡੀਆ ਦੇ ਪਲੇਅਰ ਨੇ, ਪਰ ਇਹ ਕੀ ਨੇ? ਨਿਊਜ਼ੀਲੈਂਡ ਦੇ ਨੇ। ਜਕਿੰਡਾ ਆਰਡਨ ਇੱਥੇ ਦੀ ਕੀ ਨੇ? ਪ੍ਰਾਈਮ ਮਿਨਿਸਟਰ ਨੇ, ਮੈਂ ਪਹਿਲਾਂ ਵੀ ਦੱਸ ਚੁੱਕਿਆ, ਠੀਕ ਹੈ ਜੀ, ਇਹ ਤੁਸੀਂ ਯਾਦ ਰੱਖਿਆ ਜੀ। ਉਸ ਤੋਂ ਬਾਅਦ ਆ ਜਾਓ, ਵਿਚ ਸਿਟੀ ਬਿਕਮ ਦਾ ਫਸਟ ਸਿਟੀ ਹੈਵ ਟੂ ਵਾਟਰ ਮੈਟਰੋ ਪ੍ਰੋਜੈਕਟ ਸਟਾਰਟ ਕੀਤਾ। ਵਾਟਰ ਮੈਟਰੋ ਦਾ ਮਤਲਬ ਕੀ ਹੈ? ਵਾਟਰ ਮੈਟਰੋ ਐਸੀ ਬੋਟਸ ਚਲਾਈਆਂ ਜਾਣਗੀਆਂ ਜਿਹਦੇ ਵਿੱਚ ਐਜ਼ ਆਪਾਂ ਮੈਟਰੋ ਟਾਈਪ ਜਿਵੇਂ ਉਹਨੂੰ ਬਣਾ ਕੇ ਆਪਾਂ ਸਟਾਰਟ ਕਰਾਂਗੇ, ਇਸ ਤਰ੍ਹਾਂ ਦਾ ਪ੍ਰੋਜੈਕਟ ਜਿਹੜਾ ਸਟਾਰਟ ਕੀਤਾ ਗਿਆ, ਇਹ ਕੀਤਾ ਗਿਆ ਜੀ ਕੋਚੀ ਦੇ ਵਿੱਚ। ਕੋਚੀ ਦੇ ਵਿੱਚ ਇਹ ਪ੍ਰੋਜੈਕਟ ਨੂੰ ਸਟਾਰਟ ਕੀਤਾ ਗਿਆ, ਇਹ ਤੁਸੀਂ ਯਾਦ ਰੱਖਣਾ। ਅਤੇ ਇਹ ਤੁਸੀਂ ਯਾਦ ਰੱਖ ਲਿਆ ਜੀ, ਇਹ ਕੋਚੀ ਕਿੱਥੇ ਜੀ? ਕੇਰਲਾ ਦੇ ਵਿੱਚ ਹੈ। ਕੋਚੀ ਦਾ ਜਿਹੜਾ ਹਵਾਈ ਅੱਡਾ ਹੈ ਉਹ ਸੋਲਰ 'ਤੇ ਚੱਲਣ ਵਾਲਾ ਪਹਿਲਾ ਹਵਾਈ ਅੱਡਾ ਹੈ, ਇਹ ਵੀ ਤੁਸੀਂ ਯਾਦ ਰੱਖ, ਪ੍ਰੋਪਰ ਸੋਲਰ 'ਤੇ ਚੱਲਣ ਵਾਲਾ ਹਵਾਈ ਅੱਡਾ ਹੈ, ਠੀਕ ਹੈ ਜੀ, ਇਹ ਤੁਸੀਂ ਯਾਦ ਰੱਖਣਾ। ਇਹਦੇ ਵਿੱਚ ਜੀ ਇਹ ਬੜਾ ਖਰਚੀਲਾ ਪ੍ਰੋਜੈਕਟ ਹੈ, 729 ਦੇ ਆਸ-ਪਾਸ ਜਿਹੜਾ ਮਿਲੀਅਨਸ ਦੇ ਵਿੱਚ ਇਹਨੂੰ 7 ਕਰੋੜ ਰੁਪਏ ਇੰਨੇ ਲੱਗਣਗੇ। ਇਹ ਹੁਣ ਇਸ ਤਰ੍ਹਾਂ ਦਾ ਪ੍ਰੋਜੈਕਟ ਚਲਾਉਣ ਵਾਲਾ ਪਹਿਲਾ ਹੈਗਾ, ਇਹ ਤੁਸੀਂ ਯਾਦ ਰੱਖਣਾ। ਇੱਥੇ ਨਾ ਇੱਕ ਬੋਟ ਰੇਸ ਹੁੰਦੀ ਹੈ। ਬੋਟ ਰੇਸ ਕਿੱਥੇ ਹੁੰਦੀ ਹੈ? ਬੋਟ ਰੇਸ ਦੇ ਵਿੱਚ ਇੱਕ ਹੁੰਦਾ ਨਹਿਰੂ ਬੋਟ ਰੇਸ ਕਿੱਥੇ ਹੁੰਦੀ ਹੈ? ਵੈਂਬਨਾਡ ਇਹਨਾਂ ਦੀ ਲੇਕ ਹੈ, ਵੈਂਬਨਾਡ ਇਹਨਾਂ ਦੀ ਲੇਕ ਹੈ, ਇੰਡੀਆ ਦੀ ਸਭ ਤੋਂ ਵੱਡੀ ਲੈਂਗੂਨ ਝੀਲ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਉਹ ਹੈਗੀ ਹੈ ਜੀ ਵੈਂਬਨਾਡ। ਇਹ ਕੇਰਲਾ ਦੇ ਵਿੱਚ ਹੈ, ਇਹ ਤੁਸੀਂ ਯਾਦ ਰੱਖਣਾ। ਪਿਨਰਈ ਵਿਜਨ ਇਹਨਾਂ ਦੇ CM ਨੇ, ਇਹ ਤੁਸੀਂ ਯਾਦ ਰੱਖਿਆ ਜੀ, ਠੀਕ ਹੈ ਜੀ, ਅਤੇ ਇਹ ਤੁਸੀਂ ਇਹਨਾਂ ਦੇ ਯਾਦ ਰੱਖ ਸਕਦੇ ਹੋ ਤੁਸੀਂ। ਉਸ ਤੋਂ ਬਾਅਦ ਅਤੇ ਇੱਕ ਹੋਰ ਪ੍ਰੋਜੈਕਟ ਹੈ ਜੀ, ਇੱਕ ਸਟਰੀਟ ਪ੍ਰੋਜੈਕਟ ਚੱਲ ਰਿਹਾ ਇਹਨਾਂ ਦਾ, ਸਟਰੀਟ ਪ੍ਰੋਜੈਕਟ ਚੱਲਦਾ ਪਿਆ ਆਪਣਾ ਟੂਰਿਜ਼ਮ ਨੂੰ ਵਧਾਉਣ ਵਾਸਤੇ ਇੱਕ ਸਟਰੀਟ ਪ੍ਰੋਜੈਕਟ ਚੱਲਦਾ ਪਿਆ, ਇਹ ਵੀ ਤੁਸੀਂ ਯਾਦ ਰੱਖਣਾ ਜੀ। ਅਤੇ ਸਭ ਤੋਂ ਪਹਿਲਾਂ ਜੇ ਪੁੱਛ ਲਏ ਵਾਟਰ ਟੈਕਸੀ ਜਿਹੜੀ ਹੈ ਉਹ ਕਿੱਥੇ ਸਟਾਰਟ ਹੋਈ ਸੀ? ਇੰਡੀਆ ਦੀ ਫਸਟ ਵਾਟਰ ਟੈਕਸੀ ਇਹ ਹੋਈ ਸੀ ਮੁੰਬਈ ਸ਼ਹਿਰ ਦੇ ਵਿੱਚ, ਠੀਕ ਹੈ ਜੀ। ਇਹ ਵਾਟਰ ਮੈਟਰੋ ਪ੍ਰੋਜੈਕਟ ਹੈ, ਠੀਕ ਹੈ ਜੀ, ਇਹ ਤੁਸੀਂ ਯਾਦ ਰੱਖਣਾ। ਇਸ ਨੂੰ ਲੋਨ ਕਿਹੜੀ ਕੰਟਰੀ ਦੇ ਰਹੀ ਹੈ? ਜਰਮਨੀ ਨੇ ਇਸ ਨੂੰ ਲੋਨ ਦੇਣਾ ਹੈ, ਠੀਕ ਹੈ ਜੀ, 8.5 ਮਿਲੀਅਨ ਦਾ ਇਹਨੂੰ ਯੂਰੋ ਦੇ ਵਿੱਚ ਲੋਨ ਦੇਣਾ ਹੈ, ਠੀਕ ਹੈ ਜੀ। ਇਹ ਉਹਨਾਂ ਦਾ ਸੈਂਟਰਲ ਬੈਂਕ ਦਿੰਦਾ ਪਿਆ ਜਰਮਨੀ ਦਾ, ਠੀਕ ਹੈ ਜੀ, ਇਹ ਤੁਸੀਂ ਯਾਦ ਰੱਖਣਾ। ਉਸ ਤੋਂ ਬਾਅਦ ਨੈਕਸਟ ਕੁਐਸਚਨ 'ਤੇ ਆ ਜਾਓ। ਰੇਲਵੇ ਪ੍ਰੋਟੈਕਸ਼ਨ ਫੋਰਸ ਵੈਸਟਰਨ ਜਿਹੜਾ ਰੇਲਵੇ ਜ਼ੋਨ ਹੈ, ਇਸ ਲਾਂਚ ਇਹਨਾਂ ਨੇ ਕੀ ਕੀਤਾ ਜੀ, ਇੱਕ RPF ਜਿਹੜੀ ਹੈ, ਇਹ ਰੇਲਵੇ ਦੀ ਜਿਹੜੀ ਪੁਲਿਸ ਫੋਰਸ ਹੈ, ਉਹਨਾਂ ਨੇ ਇੱਕ ਵੈਸਟਰਨ ਰੇਲਵੇ ਜ਼ੋਨ ਦੇ ਵਿੱਚ ਕੀ ਕੀਤਾ ਜੀ, ਇੱਕ ਐਸਾ ਮਿਸ਼ਨ ਸਟਾਰਟ ਕੀਤਾ ਹੈ ਜਿਹਦੇ ਨਾਲ ਕੀ ਹੁੰਦਾ ਹੈ ਕਿ ਜਿਹੜੇ ਪੈਸੇਂਜਰਸ ਦਾ ਸਮਾਨ ਗਾਇਬ ਹੋ ਜਾਂਦਾ ਸੀ ਉਹਨਾਂ ਤੱਕ ਪਹੁੰਚਾਇਆ ਜਾਵੇਗਾ। ਇਸ ਤਰ੍ਹਾਂ ਵੀ ਉਹਨਾਂ ਦਾ ਉਹ ਸਮਾਨ ਉਹਨਾਂ ਨੂੰ ਸੇਫਲੀ ਤਰੀਕੇ ਨਾਲ ਸਿਕਿਉਰਿਟੀ ਦੇ ਨਾਲ ਪਹੁੰਚਾਇਆ ਜਾਵੇ। ਇਸ ਤਰ੍ਹਾਂ ਦੀ ਸਕੀਮ ਨੂੰ ਆਪਾਂ ਕੀ ਕਹਿੰਦੇ ਹਾਂ? ਇਹ ਸਕੀਮ ਦਾ ਨਾਮ ਹੈ ਜੀ D ਆਪਸ਼ਨ ਇਹਦਾ ਹੈ ਅਮਾਨਤ। ਇਹ ਮਸ਼ੀਨਸ ਤਾਂ ਇਹ ਪੇਪਰ 'ਚ ਪੁੱਛਿਆ ਜਾ ਸਕਦਾ, ਤੁਹਾਨੂੰ ਪਤਾ ਹੈ ਜੀ ਸਾਰਿਆਂ ਨੂੰ। 21 ਸਾਡੇ ਜੀ ਕੀ ਨੇ ਜ਼ੋਨ ਹੈਗੇ ਨੇ, ਠੀਕ ਹੈ ਜੀ, ਇਹ ਤੁਸੀਂ ਯਾਦ ਰੱਖਿਆ ਜੀ। ਅਤੇ ਇਸ ਰੇਲਵੇ ਜ਼ੋਨ ਵੈਸਟਰਨ ਰੇਲਵੇ ਜ਼ੋਨ ਅਤੇ ਮਿਡਲ ਜਿਹੜਾ ਰੇਲਵੇ ਜ਼ੋਨ ਆਪਣਾ, ਇਹਦਾ ਦੋਨਾਂ ਦਾ ਹੈੱਡਕੁਆਟਰ ਕਿੱਥੇ ਹੈ? ਮੁੰਬਈ ਦੇ ਵਿੱਚ ਹੈਗਾ, ਠੀਕ ਹੈ ਜੀ, ਮੁੰਬਈ ਦੇ ਵਿੱਚ ਹੈ। ਪਰ ਜਿਹੜਾ ਵੈਸਟਰਨ ਰੇਲਵੇ ਜ਼ੋਨ ਦਾ ਹੈਗਾ ਚਰਚ ਗੇਟ, ਅਤੇ ਜਿਹੜਾ ਮਿਡਲ ਵਾਲੇ ਦਾ ਹੈਗਾ, ਇਹ ਹੈਗਾ ਤੁਹਾਡਾ ਕਿੱਥੇ? ਇਹ ਹੈਗਾ ਤੁਹਾਡਾ ਛਤਰਪਤੀ ਸ਼ਿਵਾਜੀ ਟਰਮੀਨਸ, ਠੀਕ ਹੈ। ਇਹ ਦੋਨਾਂ ਦੇ ਹੈੱਡਕੁਆਟਰ ਕਿੱਥੇ ਨੇ? ਇੱਥੇ ਹੈਗੇ ਨੇ, ਇਹ ਤੁਸੀਂ ਯਾਦ ਰੱਖਣਾ। ਅਤੇ ਆਈ ਹੋਪ ਕਿ ਤੁਹਾਨੂੰ ਇਹ ਸਮਝ ਆ ਗਿਆ ਹੋਵੇਗਾ। ਅਤੇ ਇੰਡੀਆ ਦੇ ਵਿੱਚ ਸਭ ਤੋਂ ਵੱਡੀ ਗੱਡੀ ਕਿਹੜੀ ਚੱਲੀ ਹੈ ਜੀ? ਅਤੇ ਇਹ ਵੀ ਤੁਸੀਂ ਯਾਦ ਰੱਖਿਆ ਜੀ,
ਵਾਸੂਕੀ ਇੰਡੀਆ ਦੀ ਸਭ ਤੋਂ ਵੱਡੀ ਮਾਲ ਗੱਡੀ ਕਿ ਜੇ ਪੁੱਛ ਲਏ ਮਾਲ ਗਾੜੀ ਜਿਹਨੂੰ ਕਹਿ ਦਿੰਦੇ ਆ, ਇਹ ਜਿਹੜੀ ਚੱਲੀ ਹੈ ਜੀ ਇਹ ਕਿੱਥੇ ਚੱਲੀ ਹੈ ਜੀ, ਇਹ ਵੀ ਇੰਡੀਆ ਦੇ ਵਿੱਚ ਕਿੱਥੋਂ ਭਿਲਾਈ ਤੋਂ ਲੈ ਕੇ ਤੁਹਾਡੀ ਚੱਲੀ ਹੈ ਕੋਰਬਾ ਤੱਕ, ਇਹ ਚੱਲੀ ਹੈ ਛੱਤੀਸਗੜ੍ਹ ਦੇ ਵਿੱਚ। ਠੀਕ ਹੈ ਜੀ, ਇਹ ਤੁਸੀਂ ਯਾਦ ਰੱਖਣਾ, ਪੇਪਰ ਦੇ ਵਿੱਚ ਤੁਹਾਨੂੰ ਆ ਸਕਦਾ ਹੈ। ਦੋ ਹੋਰ ਗੱਡੀਆਂ ਇਸੇ ਤਰ੍ਹਾਂ ਦੀ ਚਲਾਈਆਂ ਨੇ, ਤ੍ਰਿਸ਼ੂਲ ਚਲਾਈ ਹੈ, ਇੱਕ ਚਲਾਈ ਹੈ ਗਰੂੜਾ, ਇਹ ਵੀ ਮਾਲ ਗੱਡੀਆਂ ਨੇ। ਜੇ ਇਹਨਾਂ ਦੇ ਨਾਮ ਤੁਹਾਨੂੰ ਪੇਪਰ ਦੇ ਵਿੱਚ ਆ ਜਾਏ, ਕਈ ਤਰ੍ਹਾਂ ਕੁਐਸਚਨ ਆ ਜਾਂਦਾ ਕਿ 4 ਆਪਸ਼ਨ ਦੇ ਕੇ ਤੁਹਾਨੂੰ ਪੁੱਛੇਗਾ ਕਿਹੜੀ ਇਹਦੇ 'ਚ ਰੇਲ ਗੱਡੀ ਜਿਹੜੀ ਮਾਲ ਗੱਡੀ ਨਹੀਂ ਹੈਗੀ ਹੈ, ਇਸ ਤਰ੍ਹਾਂ ਦਾ ਵੀ ਕੁਐਸਚਨ ਆ ਸਕਦਾ ਨੋਟ ਦੇ ਵਿੱਚ ਪਾ ਕੇ। ਉਸ ਤੋਂ ਬਾਅਦ ਨੈਕਸਟ ਕੁਐਸਚਨ ਤੇ ਆ ਜਾਓ। ਨੈਕਸਟ ਕੁਐਸਚਨ ਹੈ ਕਿ ਵਿਚ ਬਾਲੀਵੁੱਡ ਐਕਟਰੈਸ ਹੈਵ ਦੀ ਅਵਾਰਡਡ ਦੀ ਜਿਹੜਾ 12ਵਾਂ ਅਵਾਰਡ ਦਿੱਤਾ ਗਿਆ ਭਾਰਤ ਰਤਨ ਡਾਕਟਰ ਅੰਬੇਦਕਰ ਅਵਾਰਡ ਹੈ। ਡਾਕਟਰ ਅੰਬੇਦਕਰ ਅਵਾਰਡ ਦਿੱਤਾ ਜਾਂਦਾ, ਮਹਾਰਾਸ਼ਟਰ ਦੀ ਸਰਕਾਰ ਵੱਲੋਂ ਦਿੱਤਾ ਜਾਂਦਾ ਹੈ। ਇਹ ਅਵਾਰਡ ਦਿੱਤਾ ਗਿਆ ਜੀ ਉਹਨਾਂ ਇਸ ਲੜਕੀ ਨੇ ਕੀ ਕੀਤਾ, ਬਾਲੀਵੁੱਡ ਦੇ ਵਿੱਚ ਆਪਣੇ ਜਿਹੜੀ ਪਰਫਾਰਮੈਂਸ ਦੇ ਥਰੂ ਕਾਫੀ ਵਧੀਆ ਕੰਮ ਕੀਤਾ, ਜਿਸ ਵਾਸਤੇ ਮਹਾਰਾਸ਼ਟਰ ਦੇ ਜਿਹੜੇ ਗਵਰਨਰ ਨੇ ਭਗਤ ਸਿੰਘ ਕਿਸ਼ੋਰੀ ਜਿਨ੍ਹਾਂ ਨੂੰ ਕਹਿੰਦੇ ਆ, ਤੇ ਉਹਨਾਂ ਦੇ ਵੱਲੋਂ ਇਹ ਅਵਾਰਡ ਦਿੱਤਾ ਗਿਆ। ਠੀਕ ਹੈ ਜੀ, ਤੇ ਇਹ ਅਵਾਰਡ ਕਿਹਨਾਂ ਨੂੰ ਦਿੱਤਾ ਗਿਆ, ਇਹ ਅਵਾਰਡ ਦਿੱਤਾ ਗਿਆ ਜੀ ਹਰਸ਼ਾਲੀ ਮਲਹੋਤਰਾ ਨੂੰ ਦਿੱਤਾ ਗਿਆ। ਇਹ ਯਾਦ ਰੱਖਿਆ ਜੇ 2015 ਦੇ ਵਿੱਚ ਇੱਕ ਮੂਵੀ ਆਈ ਹੋਈ ਹੈ ਭਾਈ ਬਜਰੰਗੀ ਜਾਨ ਜਿਹੜੀ, ਉਹਦੇ ਵਿੱਚ ਇੱਕ ਛੋਟੀ ਜਿਹੀ ਲੜਕੀ ਸੀ, ਉਹ ਲੜਕੀ ਹੈਗੀ ਹੈ ਇਹ 13 ਸਾਲ ਦੀ ਲੜਕੀ, ਇਹ ਹੁਣ ਵੱਡੀ ਹੋ ਚੁੱਕੀ ਹੈ, ਇਹਨੂੰ ਹੀ ਇਹ ਅਵਾਰਡ ਦਿੱਤਾ ਗਿਆ। ਇਹ ਤੁਸੀਂ ਯਾਦ ਰੱਖਣਾ। ਆਈ ਹੋਪ ਕਿ ਤੁਹਾਨੂੰ ਇਹ ਸਾਰਾ ਸਮਝ ਆ ਗਿਆ ਹੋਣਾ, ਤੇ ਆਪਣੇ ਨਾਲ ਡੇਲੀ ਤੁਸੀਂ ਨੋਟਸ ਦੇ ਨਾਲ ਕੁਝ ਫੈਕਟਸ ਜ਼ਰੂਰ ਲਿਖ ਲਿਆ ਕਰੋ, ਕਿਉਂਕਿ ਇਹਦੇ ਵਿੱਚ ਸਟੈਟਿਕ ਪਲੱਸ ਜਿਹੜੇ ਕਰੰਟ ਨੇ ਦੋਨੇ ਹੀ ਹੁੰਦੇ ਨੇ, ਤੇ ਵੀਡੀਓ ਜ਼ਰੂਰ ਥੋੜ੍ਹੀ ਜਿਹੀ ਵੱਡੀ ਬਣ ਜਾਂਦੀ ਹੈ, ਪਰ ਇਹਦੇ ਨਾਲ ਤੁਸੀਂ ਆਪਣਾ 20-25 ਮਿੰਟ ਜ਼ਰੂਰ ਲਾਇਆ ਕਰੋ, ਤਾਂ ਕਿ ਤੁਹਾਡੀ ਇੱਕ ਟੱਚ ਬਣਿਆ ਰਹੇ ਜੀਕੇ ਦੇ ਨਾਲ, ਤੇ ਤੁਹਾਡੇ ਸਾਰੇ ਕੁਐਸਚਨ ਆਰਾਮ ਦੇ ਨਾਲ ਸਹੀ ਹੋ ਜਾਣਗੇ। ਠੀਕ ਹੈ ਜੀ, ਤੇ ਮਿਲਦੇ ਹਾਂ ਜੀ ਕੱਲ੍ਹ ਦੀ ਵੀਡੀਓ ਦੇ ਵਿੱਚ, ਆਪਾਂ 14 ਤਰੀਕ ਦੇ ਕਰੰਟ ਅਫੇਅਰ ਦੇ ਵਿੱਚ ਮਿਲਾਂਗੇ। ਤਦ ਤੱਕ ਲਈ ਧੰਨਵਾਦ।